कर दो शुरू में। ਹੈਲੋ, ਅੱਜ ਵਾਲੀ ਵੀਡੀਓ ਉਹਨਾਂ ਲੋਕਾਂ ਵਾਸਤੇ ਜਿਹੜੇ ਖੁਦ ਤੋਂ ਇੰਗਲਿਸ਼ ਬੋਲਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਕੋਈ ਪਾਰਟਨਰ ਨਹੀਂ ਮਿਲਦਾ ਤੇ ਸਮਟਾਈਮਸ ਜਦੋਂ ਬੋਲਣਾ ਸ਼ੁਰੂ ਕਰਦੇ ਨੇ ਤਾਂ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਉਹ ਨਹੀਂ ਬੋਲ ਸਕਦੇ। ਬਹੁਤ ਸਾਰੇ ਲੋਕਾਂ ਨੇ ਇੰਸਟੀਚਿਊਟ ਵੀ ਜੁਆਇਨ ਕੀਤੇ ਹੋਏ ਆ ਪਰ ਉੱਥੇ ਵੀ 2 4 15 10-15 ਕੁ ਦਿਨ ਲਗਾ ਕੇ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ 'ਚ ਕੋਈ ਇੰਪਰੂਵਮੈਂਟ ਨਹੀਂ ਹੋਈ ਤਾਂ ਇਸ ਕਰਕੇ ਉਹ ਚੀਜ਼ ਨੂੰ ਉੱਥੇ ਹੀ ਛੱਡ ਦਿੰਦੇ ਨੇ ਵਿਦਆਊਟ ਪ੍ਰੈਕਟਿਸ ਕੀਤਿਆਂ। ਮੈਂ ਇਹ ਨਹੀਂ ਕਹਿੰਦੀ ਕਿ ਇੰਸਟੀਚਿਊਟਸ ਮਾੜੇ ਨੇ ਪਰ ਜੇ ਤੁਸੀਂ ਖੁਦ ਤੋਂ ਹੀ ਪ੍ਰੈਕਟਿਸ ਨਹੀਂ ਕਰੋਗੇ ਤਾਂ ਤੁਸੀਂ ਉਸ ਚੀਜ਼ ਦੇ ਵਿੱਚ ਕਦੇ ਵੀ ਐਕਸਪਰਟ ਨਹੀਂ ਬਣ ਸਕਦੇ। ਇਸ ਕਰਕੇ ਕਿਸੇ ਵੀ ਚੀਜ਼ ਨੂੰ ਸਿੱਖਣ ਲਈ ਬੋਲਣ ਲਈ ਆਪਾਂ ਨੂੰ ਉਹਦੇ ਵਿੱਚ ਕੀ ਕਰਨਾ ਪੈਂਦਾ ਆ, ਪ੍ਰੈਕਟਿਸ ਦੀ ਲੋੜ ਪੈਂਦੀ ਹੈ। ਹੁਣ ਆਪਾਂ ਪੰਜਾਬੀ ਬੋਲਣ ਲੱਗਿਆ ਕੁਝ ਨਹੀਂ ਸੋਚਦੇ, ਸਾਡੇ ਮੂੰਹ ਚੋਂ ਆਪਣੇ ਆਪ ਨਿਕਲਦੀ ਹੈ ਕਿਉਂਕਿ ਅਸੀਂ ਡੇਲੀ ਨਿਰੰਤਰ ਕੀ ਕਰਦੇ ਹਾਂ, ਕੰਟੀਨਿਊਸਲੀ ਪੰਜਾਬੀ ਬੋਲਦੇ ਹਾਂ। ਇਸੇ ਤਰ੍ਹਾਂ ਹੀ ਜੇ ਅਸੀਂ ਇੰਗਲਿਸ਼ ਨੂੰ ਡੇਲੀ ਆਪਣੀ ਰੁਟੀਨ ਦੇ ਵਿੱਚ ਸ਼ਾਮਿਲ ਕਰੀਏ ਤਾਂ ਅਸੀਂ ਬਿਲਕੁਲ ਇੰਗਲਿਸ਼ ਦੇ ਵਿੱਚ ਕੀ ਹੋ ਸਕਦੇ ਹਾਂ, ਪਰਫੈਕਟ ਹੋ ਸਕਦੇ ਹਾਂ। ਤਾਂ ਅੱਜ ਕੱਲ੍ਹ ਲੈ ਕੇ ਆਈ ਹਾਂ ਤੁਹਾਡੇ ਵਾਸਤੇ ਡੇਲੀ ਰੁਟੀਨ ਜਿਹਦੇ ਵਿੱਚ ਤੁਸੀਂ ਕੁਝ ਨਹੀਂ ਕਰਨਾ, ਸਿਰਫ ਇਹਨਾਂ ਦੇ ਵਿੱਚ ਜਿਹੜੀਆਂ ਵਰਬਸ ਨੇ, ਜਿਹੜੀਆਂ ਕਿਰਿਆਵਾਂ ਨੇ, ਜਿਹੜੀਆਂ ਆਪਾਂ ਡੇਲੀ ਬੇਸਿਸ ਦੇ ਉੱਪਰ ਕਰਦੇ ਹਾਂ, ਆਪਾਂ ਉਹਨਾਂ ਨੂੰ ਹੀ ਰੱਖਣਾ ਆ। ਇਹਦੇ ਵਿੱਚ ਕਿਰਿਆਵਾਂ ਕਿਹੜੀਆਂ ਹੋ ਰਹੀਆਂ ਨੇ ਉਹ ਆਪਾਂ ਅੱਜ ਗੱਲ ਕਰਾਂਗੇ। ਲੈਟਸ ਬਿਗਿਨ ਆਰ ਡੇਲੀ ਰੁਟੀਨ, ਜਿਹੜੀ ਮੇਰੀ ਨਹੀਂ ਤੁਹਾਡੇ ਸਾਰਿਆਂ ਦੀ ਹੋਊਗੀ, ਹੈ ਨਾ। ਤਾਂ ਆਪਾਂ ਸ਼ੁਰੂ ਕਰਦੇ ਹਾਂ। ਜਿਵੇਂ ਸਵੇਰੇ ਮਾਰਨਿੰਗ ਹੁੰਦੀ ਹੈ ਨਾ, ਤਾਂ ਆਪਾਂ ਉੱਠਦੇ ਸਾਰ ਕੀ ਕਹਿਣਾ, ਉਹ ਇਟਸ ਮਾਰਨਿੰਗ, ਕਿ ਸਵੇਰ ਹੋ ਚੁੱਕੀ ਹੈ ਜਾਂ ਸਵੇਰ ਹੋ ਗਈ ਹੈ ਨਾ। ਤਾਂ ਨੈਕਸਟ ਮੇਰਾ ਆ ਗਿਆ ਆਮ ਟਰਨਿੰਗ ਔਨ ਮਾਈ ਲੈਂਪ ਜਾਂ ਟਰਨਿੰਗ ਆਫ ਮਾਈ ਲੈਂਪ। ਥੋੜਾ ਨਜ਼ਦੀਕ ਲੈ ਲਾ, है ना। आई एम टर्निंग ऑन और टर्निंग ऑफ माई लैंप। ਜਿਹੜੀ ਵੀ ਕੋਈ ਇਲੈਕਟ੍ਰਿਸਿਟੀ ਵਾਲੀ ਕੋਈ ਵੀ ਚੀਜ਼ ਹੁੰਦੀ ਆ, ਫॉर एग्जांपल ਕੋਈ ਪੱਖਾ ਆ, ਹੈ ਨਾ, ਫੈਨ ਹੈ, ਕੋਈ ਲੈਂਪ ਹੈ ਨਾ, ਤਾਂ ਉਹ ਟਰਨ ਔਨ ਤੇ ਟਰਨ ਆਫ ਹੁੰਦੇ ਆ। ਕੁਝ ਨਹੀਂ ਕਰਨਾ ਤੁਸੀਂ, ਆਈ ਐਮ ਦੇ ਨਾਲ ਵਰਬ ਦੀ ਫਸਟ ਫਾਰਮ ਦੇ ਨਾਲ ਤੁਸੀਂ ਕੀ ਕਰਨਾ, ਆਈਐਨਜੀ ਲਗਾਉਣਾ ਹੈ, ਬਸ ਦੈਟਸ ਇਟ। ਹੋਰ ਕੁਝ ਵੀ ਨਹੀਂ ਕਰਨਾ ਤੁਸੀਂ ਇਹਦੇ ਵਿੱਚ, ਹੈ ਨਾ। ਤਾਂ ਉਸ ਤੋਂ ਬਾਅਦ ਜੇ ਔਨ ਨਹੀਂ ਹੈ ਤਾਂ ਆਫ ਕਰੋਗੇ, ਜੇ ਆਫ ਹੈ ਤਾਂ ਤੁਸੀਂ ਔਨ ਕਰੋਗੇ, ਹੈ ਨਾ, ਲੈਂਪ ਨੂੰ। ਤਾਂ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ, ਉੱਠਦੇ ਸਾਰ ਆਪਾਂ ਸਾਰੇ ਕੀ ਕਰਦੇ ਆ, ਟਾਈਮ ਦੇਖਦੇ ਆ ਨਾ। ਤਾਂ ਆਪਾਂ ਕੀ ਟਾਈਮ ਵਾਸਤੇ ਕਿਹੜੀ ਵਰਬ ਯੂਜ਼ ਕਰਨੀ ਆ, ਲੁੱਕ। ਬਟ ਇੱਥੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਲੁੱਕ ਦੇ ਨਾਲ ਕੀ ਆਊਗਾ, ਆਈਐਨਜੀ ਆਊਗਾ। ਤਾਂ ਆਪਾਂ ਇੱਥੇ ਕੀ ਯੂਜ਼ ਕੀਤਾ, ਲੁਕਿੰਗ। ਤਾਂ ਮੈਂ ਟਾਈਮ ਦੇਖਣ ਵਾਸਤੇ ਕੀ ਕਿਹਾ ਕਿ ਆਈ ਐਮ ਲੁਕਿੰਗ ਐਟ ਦਾ ਟਾਈਮ, ਕਿ ਮੈਂ ਕੀ ਕਰ ਰਹੀ ਹਾਂ, ਟਾਈਮ ਦੇਖ ਰਹੀ ਹਾਂ, ਹੈ ਨਾ। ਤਾਂ ਟਾਈਮ ਨੂੰ ਹਮੇਸ਼ਾ ਦੱਸਣ ਵਾਸਤੇ ਜਾਂ ਬੋਲਣ ਵਾਸਤੇ ਆਪਾਂ ਕਿਹੜੇ ਨੂੰ ਯੂਜ਼ ਕਰਨਾ, ਇਟਸ ਨੂੰ, ਠੀਕ ਹੈ ਜੀ। ਤਾਂ ਤੁਸੀਂ ਕਹਿਣਾ ਇਟਸ 5 in the morning, ਕਿ ਸਵੇਰ ਦੇ ਕੀ ਵੱਜ ਚੁੱਕੇ ਨੇ, 5 ਵੱਜ ਚੁੱਕੇ ਆ। ਜੇ ਤੁਸੀਂ ਕਹਿਣਾ ਹੋਵੇ ਕਿ 5:30 ਵੱਜ ਚੁੱਕੇ ਆ ਤਾਂ ਤੁਸੀਂ ਕਹੋਗੇ ਇਟਸ 5:30, ਜਿਹਨੂੰ ਕੀ ਕਹਿੰਦੇ ਆਪਾਂ 5:30, ਹੈ ਨਾ। ਤੇ ਜੇ ਤੁਸੀਂ ਕਹਿਣਾ ਹੋਵੇ ਇਟਸ 4:15 ਤਾਂ ਤੁਸੀਂ ਕੀ ਕਹਿਣਾ ਆ, 5:15। ਜਦੋਂ ਕਹਿਣਾ ਹੋਵੇ ਤਾਂ ਤੁਸੀਂ ਕੀ ਕਹਿਣਾ ਆ, 4:15। ਇਹ ਥੋੜੀਆਂ ਫ੍ਰੈਕਸ਼ਨਸ ਨੇ ਟਾਈਮ ਦੀਆਂ ਜਿਹੜੀਆਂ ਤੁਹਾਨੂੰ ਯੂਜ਼ ਕਰਨੀਆਂ ਤੁਸੀਂ ਡੇਲੀ ਰੂਟੀਨ ਦੇ ਵਿੱਚ, ਤੇ ਤੁਹਾਨੂੰ ਇਹ ਪਤਾ ਹੋਣੀਆਂ ਵੀ ਜ਼ਰੂਰੀ ਨੇ, ਠੀਕ ਹੈ ਜੀ। ਨੈਕਸਟ ਜਦੋਂ 4:45, ਇਟਸ 4:45, ਕੀ ਮਤਲਬ ਕਿ ਕੁਆਟਰ ਰਹਿੰਦਾ ਆ 5 ਵੱਜਣ ਦੇ ਵਿੱਚ, ਤਾਂ ਆਪਾਂ ਕੀ ਕਹਿੰਦੇ ਆ, ਜਦੋਂ 4:45 ਹੋਏ ਹੁੰਦੇ ਆ ਤਾਂ ਉਹਨੂੰ ਕੀ ਕਹਿਣਾ, ਇਟਸ 4:45, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਕੀ ਕਰਨਾ ਆ, ਉੱਠਦਿਆਂ ਸਾਰ ਆਪਾਂ ਕੀ ਕਰਦੇ ਆ, ਹੀਟਿੰਗ ਅਪ ਸਮ ਵਾਟਰ। ਤਾਂ ਆਪਾਂ ਪਾਣੀ ਜਦੋਂ ਗਰਮ ਕਰਾਂਗੇ, ਵਾਰਮ ਅਪ ਵੀ ਕਹਿ ਸਕਦੇ ਹਾਂ, ਤਾਂ ਉੱਥੇ ਵਾਰਮਿੰਗ ਅਪ ਆਊਗਾ, ਠੀਕ ਹੈ ਜੀ। ਤਾਂ ਪਾਣੀ ਨੂੰ ਗਰਮ ਕਰਨ ਵਾਸਤੇ ਆਪਾਂ ਕਿਹੜੀ ਵਰਬ ਯੂਜ਼ ਕਰਨੀ ਆ, ਹੀਟਿੰਗ ਅਪ ਸਮ ਵਾਟਰ, ਠੀਕ ਹੈ ਜੀ। ਨੈਕਸਟ ਆਪਾਂ ਕੀ ਕਰਨਾ ਆ, ਜਦੋਂ ਕਿਸੇ ਵੀ ਚੀਜ਼ ਤੋਂ ਉਤਰਨਾ, ਚਾਹੇ ਆਪਾਂ ਸਟੇਅਰਸ ਤੋਂ ਉਤਰਨਾ, ਹੈ ਨਾ, ਜਾਂ ਆਪਾਂ ਬੈੱਡ ਤੋਂ ਉਤਰਨਾ ਆ, ਹੈ ਨਾ, ਜਾਂ ਆਪਾਂ ਸੋਫੇ ਤੇ ਕੋਈ ਬੱਚਾ ਖੜਾ ਉਹਨੇ ਨੀਚੇ ਉਤਰਨਾ, ਤਾਂ ਉਹਦੇ ਲਈ ਕਿਹੜੀ ਵਰਬ ਯੂਜ਼ ਹੋਊਗੀ, ਗੈਟਿੰਗ ਆਫ। ਆਈ ਐਮ ਗੈਟਿੰਗ ਆਫ ਦ ਬੈੱਡ, ਕਿ ਮੈਂ ਬੈੱਡ ਤੋਂ ਨੀਚੇ ਉਤਰ ਰਿਹਾ। ਤਾਂ ਇਹਦਾ ਕੀ ਮਤਲਬ ਹੁੰਦਾ ਆ, ਉਤਰਨਾ, ਠੀਕ ਹੈ ਜੀ। ਨੈਕਸਟ ਆ ਗਿਆ ਆਮ। ਹੁਣ ਆਪਾਂ ਉੱਠਣਾ ਆ, ਉੱਠ ਕੇ ਆਪਾਂ ਨੀਚੇ ਪਹਿਲਾਂ ਨੰਗੇ ਪੈਰ ਤਾਂ ਨਹੀਂ ਚੱਲਦੇ ਨਾ, ਤਾਂ ਆਪਾਂ ਪਹਿਲਾਂ ਆਪਾਂ ਕੀ ਦੇਖਾਂਗੇ ਕਿ ਸਾਡੀ ਚੱਪਲ ਜਾਂ ਸਾਡੇ ਸਲੀਪਰਸ ਕਿੱਥੇ ਨੇ। ਚੱਪਲ ਨੂੰ ਜਾਂ ਬਾਥਰੂਮ ਚੱਪਲ ਨੂੰ ਫਲਿਪ ਫਲॉप ਕਹਿੰਦੇ ਨੇ ਵੈਸੇ ਤਾਂ ਇੱਥੇ ਮੈਂ ਸਲੀਪਰਸ ਯੂਜ਼ ਕੀਤਾ ਆ। ਤਾਂ ਮੈਂ ਕੀ ਲੱਭ ਰਹੀ ਹਾਂ, ਜਦੋਂ ਆਪਾਂ ਕਿਸ ਚੀਜ਼ ਨੂੰ ਲੱਭਣਾ ਹੁੰਦਾ ਨਾ, ਆਮ ਲੁਕਿੰਗ ਫॉर ਮਾਈ ਪੈਨ, ਆਮ ਲੁਕਿੰਗ ਫॉर ਮਾਈ ਪੈਨਸਿਲ, ਆਮ ਲੁਕਿੰਗ ਫॉर ਮਾਈ ਸਲੀਪਰਸ। ਤਾਂ ਬੈੱਡ ਤੋਂ ਉੱਤਰਨ ਤੋਂ ਬਾਅਦ ਆਪਾਂ ਆਪਣੇ ਸਲੀਪਰ ਦੇਖਾਂਗੇ, ਤਾਂ ਆਈ ਐਮ ਲੁਕਿੰਗ ਫॉर ਮਾਈ ਸਲੀਪਰਸ, ਕਿ ਮੈਂ ਆਪਣੇ ਸਲੀਪਰਸ ਕੀ ਕਰ ਰਹੀ ਹਾਂ, ਲੱਭ ਰਹੀ ਹਾਂ। ਲੁਕਿੰਗ ਫॉर ਹੁੰਦਾ ਹੈ ਲੱਭਣਾ। ਤੁਸੀਂ ਧਿਆਨ ਨਾਲ ਦੇਖੋਗੇ ਹਰ ਇੱਕ ਜਗ੍ਹਾ ਟਰਨਿੰਗ, ਹੀਟਿੰਗ, ਗੈਟਿੰਗ, ਲੁਕਿੰਗ, ਤਾਂ ਹਰ ਇੱਕ ਜਗ੍ਹਾ ਤੇ ਵਰਬ ਦੀ ਫਸਟ ਫਾਰਮ ਦੇ ਨਾਲ ਆਈਐਨਜੀ ਕੀ ਹੋਇਆ ਆ, ਲੱਗਿਆ ਹੋਇਆ ਹੈ ਨਾ। ਨੈਕਸਟ ਫਿਰ ਉਸ ਤੋਂ ਬਾਅਦ ਆਪਾਂ ਉੱਠਣ ਤੋਂ ਬਾਅਦ ਆਪਣਾ ਬਿਸਤਰਾ ਕੀ ਕਰਦੇ ਆ, ਸਮੇਟਦੇ ਆ, ਹੈ ਨਾ। ਚਾਦਰ ਹੁੰਦੀ ਆ ਉਹਨੂੰ ਤੈਅ ਲਗਾਉਂਦੇ ਆ, ਹੈ ਨਾ। ਤਾਂ ਉਸੇ ਤਰ੍ਹਾਂ ਹੀ ਹੁਣ ਉਹਨੂੰ ਕਹਿੰਦੇ ਕੀ ਨੇ, ਆਈ ਐਮ ਮੇਕਿੰਗ ਦ ਬੈੱਡ ਨਾਓ, ਕਿ ਮੈਂ ਹੁਣ ਕੀ ਕਰ ਰਹੀ ਹਾਂ, ਆਪਣਾ ਬੈੱਡ ਬਣਾ ਰਹੀ ਹਾਂ।
ਤਾਂ ਉਹਨੂੰ ਕੀ ਕਰਨਾ, ਤੈਅ ਮਾਰਨਾ ਚਾਦਰ ਨੂੰ ਜਾਂ ਬੈੱਡ ਨੂੰ ਸੈੱਟ ਕਰਨਾ, ਤਾਂ ਉਹਨੂੰ ਕੀ ਕਹਿੰਦੇ ਆ, ਮੇਕਿੰਗ ਦਾ ਬੈੱਡ। ਠੀਕ ਹੈ ਜੀ। ਉਸ ਤੋਂ ਬਾਅਦ ਬੈੱਡ ਬਣਾਉਣ ਤੋਂ ਬਾਅਦ ਆਪਾਂ ਸਾਰੇ ਕੀ ਕਰਦੇ ਆ, ਵਾਸ਼ਰੂਮ ਜਾਂਦੇ ਆ ਨਾ, ਸਾਰਿਆਂ ਨੂੰ ਲੋੜ ਪੈਂਦੀ ਹੈ ਵਾਸ਼ਰੂਮ ਯੂਜ਼ ਕਰਨ ਦੀ, ਹੈ ਨਾ। ਤਾਂ ਉਸ ਤੋਂ ਬਾਅਦ ਆਈ ਐਮ ਜਾਣ ਦੀ ਇੰਗਲਿਸ਼ ਗੋ, ਤਾਂ ਆਈ ਐਨ ਜੀ ਲਗਾ ਕੇ ਗੋਇੰਗ ਕਰਨਾ, ਆਈ ਐਮ ਗੋਇੰਗ ਟੂ ਵਾਸ਼ਰੂਮ। ਠੀਕ ਹੈ ਜੀ। ਵਾਸ਼ਰੂਮ ਤੋਂ ਬਾਅਦ ਤੁਸੀਂ ਯੂਰਿਨ ਪਾਸ ਕਰੋ ਜਾਂ ਤੁਸੀਂ ਫਲਸ਼ ਬ੍ਰਸ਼ ਕੁਝ ਵੀ ਕਰਨਾ ਹੈ, ਉਹਦੇ ਵਾਸਤੇ ਆਪਾਂ ਟਾਇਲਟ ਨੂੰ ਯੂਜ਼ ਕਰਾਂਗੇ, ਤਾਂ ਉੱਥੇ ਕੀ ਆ, ਵਾਂਟ ਨਹੀਂ ਯੂਜ਼ ਕਰਾਂਗੇ। ਚੱਲ ਤਾਂ ਗਏ ਆਪਾਂ ਵਾਸ਼ਰੂਮ ਦੇ ਵਿੱਚ, ਪਰ ਉੱਥੇ ਹੁਣ ਆਪਾਂ ਨੂੰ ਜ਼ਰੂਰਤ ਕੀ ਚੀਜ਼ ਯੂਜ਼ ਕਰਨ ਦੀ ਹੈ, ਟਾਇਲਟ। ਤਾਂ ਆਪਾਂ ਇੱਥੇ ਕੀ ਲਿਖਾਂਗੇ, ਆਈ ਨੀਡ ਟੂ ਯੂਜ਼ ਟਾਇਲਟ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ, ਆਪਣੇ ਬ੍ਰਸ਼ਿੰਗ ਕਰਨਾ ਹੈ ਟੀਥ ਨੂੰ। ਫਿਰ ਬ੍ਰਸ਼ ਨਹੀਂ ਲਿਖਾ, ਬ੍ਰਸ਼ ਦੇ ਨਾਲ ਆਈਐਨਜੀ ਲਗਾਇਆ ਹੋਇਆ ਹੈ ਨਾ, ਆਈ ਐਮ ਬ੍ਰਸ਼ਿੰਗ ਮਾਈ ਸਟਾਰਟ। ਬ੍ਰਸ਼ ਟੀਥ ਕਰਨ ਤੋਂ ਬਾਅਦ ਆਪਾਂ ਕੀ ਕਰਦੇ ਆ, ਆਪਣਾ ਫੇਸ ਵਾਸ਼ ਕਰਦੇ ਆ ਨਾ। ਤਾਂ ਫੇਸ ਵਾਸ਼ ਦੇ ਉੱਪਰ ਜਦੋਂ ਆਪਾਂ ਫੇਸ ਕਰੀਮ ਲਗਾਣੀ ਹੁੰਦੀ ਆ, ਵਾਸ਼ ਵਾਲੀ ਜੈਲ ਲਗਾਣੀ ਹੁੰਦੀ ਆ, ਤਾਂ ਉਹਨੂੰ ਆਪਾਂ ਕੀ ਕਰਦੇ ਆ, ਅਪਲਾਈ ਕਰਦੇ ਆ। ਤਾਂ ਉਸ ਤੋਂ ਬਾਅਦ ਕੀ ਕਿਹਾ ਮੈਂ, ਆਈ ਐਮ ਅਪਲਾਈਂਗ ਫੇਸ ਵਾਸ਼, ਕਿ ਮੈਂ ਫੇਸ ਵਾਸ਼ ਫੇਸ ਤੇ ਅਪਲਾਈ ਕਰ ਰਹੀ ਹਾਂ, ਹੈਨਾ। ਤਾਂ ਫੇਸ ਵਾਸ਼ ਅਪਲਾਈ ਕਰਨ ਤੋਂ ਬਾਅਦ ਆਪਾਂ ਉਹਨੂੰ ਵਾਸ਼ ਵੀ ਕਰਨਾ ਹੈ, ਹੈਨਾ। ਤਾਂ ਉਸ ਤੋਂ ਬਾਅਦ ਆਪਾਂ ਕੀ ਕਹਿਣਾ ਹੈ, ਆਪਣੇ ਆਪ ਦੇ ਨਾਲ ਹੀ ਬੋਲ ਕੇ ਪ੍ਰੈਕਟਿਸ ਕਰਨੀ ਹੈ, ਆਈ ਐਮ ਵਾਸ਼ਿੰਗ ਮਾਈ ਫੇਸ, ਕਿ ਮੈਂ ਆਪਣਾ ਫੇਸ ਕੀ ਆ ਵਾਸ਼ ਕਰ ਰਹੀ ਹਾਂ, ਹੈਨਾ। ਉਸ ਤੋਂ ਬਾਅਦ ਆਈਜ਼ ਨੂੰ ਆਪਾਂ ਵਾਸ਼ ਨਹੀਂ ਕਹਿ ਸਕਦੇ ਕਿ ਮੈਂ ਆਪਣੀਆਂ ਆਈਜ਼ ਜਿਹੜੀਆਂ ਵਾਸ਼ ਕਰ ਲਈਆਂ। ਤਾਂ ਆਈਜ਼ ਦੇ ਉੱਪਰ ਛਿੱਟੇ ਮਾਰ ਕੇ ਆਪਾਂ ਜਦੋਂ ਆਪਾਂ ਆਈਜ਼ ਨੂੰ ਕਲੀਨ ਕਰਦੇ ਹਾਂ ਤਾਂ ਉਹਨੂੰ ਕੀ ਕਹਿੰਦੇ ਆਪਾਂ, ਰਿੰਸਿੰਗ। ਤਾਂ ਕੀ ਲਿਖਾਂਗੇ, ਆਈ ਐਮ ਰਿੰਸਿੰਗ ਮਾਈ ਆਈਜ਼। ਨੈਕਸਟ ਆ ਗਿਆ, ਉਸ ਤੋਂ ਬਾਅਦ ਜਦੋਂ ਆਪਾਂ ਫੇਸ ਧੋ ਲਿਆ, ਹਨਾ, ਫੇਸ ਧੋਣ ਤੋਂ ਬਾਅਦ ਆਪਾਂ ਉਹਨੂੰ ਸੁਕਾਉਣਾ ਵੀ ਆ ਆਪਣੇ ਟਾਵਲ ਦੇ ਨਾਲ। ਤਾਂ ਆਪਾਂ ਉਹਦੇ ਲਈ ਕੀ ਯੂਜ਼ ਕਰਾਂਗੇ, ਸੁਕਾਉਣ ਲਈ ਡਰਾਇੰਗ ਆਫ ਵਰਡ, ਜਿਹੜੀ ਵਰਬ ਆ ਯੂਜ਼ ਹੋਈ ਆ, ਆਈ ਐਮ ਡਰਾਇੰਗ ਆਫ ਮਾਈ ਫੇਸ। ਨੈਕਸਟ ਆ ਗਿਆ, ਉਸ ਤੋਂ ਬਾਅਦ ਸਾਰਾ ਕੁਝ ਹੋਣ ਤੋਂ ਬਾਅਦ ਆਪਾਂ ਇੱਕ ਵਾਰੀ ਟੀਥ ਜ਼ਰੂਰ ਦੇਖਦੇ ਆ ਆਪਣੇ ਸਾਰਿਆਂ ਨੂੰ। ਆਦਤ, ਮੈਨੂੰ ਤਾਂ ਖੁਦ ਨੂੰ ਹੀ ਆਦਤ ਹੈ ਕਿ ਮੈਂ ਆਪਣੇ ਟੀਥ ਜ਼ਰੂਰ, ਹੈ ਨਾ, ਸਾਰਾ ਕੁਝ ਕਰਨ ਤੋਂ ਬਾਅਦ ਆਪਣੇ ਟੀਥ ਜ਼ਰੂਰ ਵੇਖਦੀ ਆ ਸ਼ੀਸ਼ੇ ਦੇ ਵਿੱਚ, ਮਿਰਰ ਦੇ ਵਿੱਚ। ਜਦੋਂ ਆਪਾਂ ਟੀਥ ਦੇਖਦੇ ਹਾਂ ਤਾਂ ਉਦੋਂ ਆਪਣੇ ਆਪ ਨੂੰ ਆਪਾਂ ਕਹਿੰਦੇ ਆ ਨਾ ਕਿ ਮੇਰੇ ਟੀਥ ਤਾਂ ਮੋਤੀਆਂ ਵਾਂਗੂ ਚਮਕ ਰਹੇ ਨੇ। ਤਾਂ ਮੋਤੀਆਂ ਵਾਂਗੂ ਚਮਕਣ ਨੂੰ ਕੀ ਕਹਿੰਦੇ ਆ, ਸqueaky ਕਲੀਨ। ਠੀਕ ਹੈ, ਮਾਈ ਟੀਥ ਆਰ ਸqueaky ਕਲੀਨ। ਤਾਂ ਟੀਥ ਜਿਹੜਾ ਹੈਗਾ ਆ ਉਹ ਪਲੂਰਲ ਹੈ। ਜੇ ਸਿੰਗਲ ਟੀਥ ਦੀ ਗੱਲ ਕਰੀਏ, ਸੌਰੀ ਸਿੰਗਲ ਦੰਦ ਦੀ ਗੱਲ ਕਰੀਏ, ਤਾਂ ਉਹਨੂੰ ਆਪਾਂ ਕੀ ਯੂਜ਼ ਕਰਾਂਗੇ, ਟੁੱਥ। ਜਿਵੇਂ ਮੇਰਾ ਟੁੱਥੇਕ ਹੋ ਰਿਹਾ ਨਾ, ਕਿ ਮੇਰਾ ਦੰਦ ਦਰਦ ਹੋ ਰਿਹਾ, ਤਾਂ ਆਪਾਂ ਕਹਿੰਦੇ ਟੁੱਥੇਕ ਹੋ ਰਿਹਾ, ਹਨਾ। ਤਾਂ ਨੈਕਸਟ ਉਸ ਤੋਂ ਬਾਅਦ ਆਪਾਂ ਬ੍ਰਸ਼ ਵੀ ਕਰ ਲਿਆ, ਫੇਸ ਵਾਸ਼ ਵੀ ਕਰ ਲਿਆ, ਹਨਾ, ਸਭ ਕੁਝ ਹੋ ਗਿਆ। ਉਸ ਤੋਂ ਬਾਅਦ ਆਪਾਂ ਕੀ ਕਰਦੇ ਹਾਂ, ਆਪਾਂ ਨੂੰ ਸਾਰਿਆਂ ਨੂੰ ਥੋੜੀ ਦੇਰ ਬਹੁਤ ਆਦਤ ਹੁੰਦੀ ਹੈ ਕਿ ਥੋੜੀ ਬਹੁਤ ਐਕਸਰਸਾਈਜ਼ ਕਰਦੇ ਆ, ਹਨਾ। ਕੋਈ ਯੋਗਾ ਕਰਦਾ ਹੈ, ਕੋਈ ਜਿਮ ਜਾਂਦਾ ਆ, ਹਨਾ, ਕੋਈ ਸਿੰਪਲ ਵਾਕ ਲਈ ਨਿਕਲਦਾ ਆ। ਤਾਂ ਉਹਦੇ ਲਈ ਕੀ ਯੂਜ਼ ਕਰਨਾ, ਆਈ ਐਮ ਗੋਇੰਗ ਟੂ ਡੂ ਯੋਗਾ, ਆਈ ਐਮ ਗੋਇੰਗ ਟੂ ਜਿਮ, ਔਰ ਸਮਥਿੰਗ ਲਾਈਕ ਆਈ ਐਮ ਗੋਇੰਗ ਟੂ ਡੂ ਐਕਸਰਸਾਈਜ਼, ਕਿ ਹੁਣ ਮੈਂ ਕੀ ਕਰਨ ਲੱਗੀ ਹਾਂ ਜਾਂ ਜਾਣ ਲੱਗੀ ਹਾਂ ਕਿੱਥੇ, ਕਿ ਐਕਸਰਸਾਈਜ਼ ਲਈ, ਜਿਮ ਲਈ ਜਾਂ ਯੋਗੇ ਵਾਸਤੇ, ਹਨਾ। ਤਾਂ ਨੈਕਸਟ ਉਸ ਤੋਂ ਬਾਅਦ ਸਾਰਾ ਕੁਝ ਕਰਨ ਤੋਂ ਬਾਅਦ ਲਾਈਕ ਐਕਸਰਸਾਈਜ਼ ਹੋ ਗਈ, ਹਨਾ। ਉਸ ਤੋਂ ਬਾਅਦ ਆਪਾਂ ਨੂੰ ਭੁੱਖ ਵੀ ਲੱਗੂਗੀ, ਤਾਂ ਆਪਾਂ ਇੱਥੇ ਕੀ ਬਹੁਤ, ਜੇ ਤਾਂ ਬਹੁਤ ਤੇਜ਼ ਭੁੱਖ ਲੱਗ ਰਹੀ ਹੈ, ਤਾਂ ਕੀ ਕਹਿਣਾ ਹੈ ਆਪਾਂ, ਆਈ ਐਮ ਫੈਮਿਸਡ। ਫੈਮਿਸਡ ਯੂਜ਼ ਹੁੰਦਾ ਆ ਫॉर ਬਹੁਤ ਤੇਜ਼ ਭੁੱਖ ਲਈ। ਜੇ ਤੁਹਾਨੂੰ ਨਾਰਮਲ ਭੁੱਖ ਲੱਗੀ ਹੈ ਤਾਂ ਤੁਸੀਂ ਨਾਰਮਲ ਐਵੇਂ ਵੀ ਕਹਿ ਸਕਦੇ ਕਿ ਆਮ ਹੰਗਰੀ, ਹਨਾ। ਤਾਂ ਨੈਕਸਟ ਉਸ ਤੋਂ ਬਾਅਦ ਕੀ ਕਰਨਾ ਹੈ, ਕਿ ਹੁਣ ਭੁੱਖ ਲੱਗੀ ਹੈ ਤਾਂ ਆਪਾਂ ਕੀ ਕਰਨਾ ਹੈ, ਮਾਰਨਿੰਗ ਦੇ ਖਾਣੇ ਨੂੰ ਆਪਾਂ ਕੀ ਕਹਿੰਦੇ ਆ, ਬ੍ਰੇਕਫਾਸਟ। ਤਾਂ ਹੁਣ ਆਪਾਂ ਬ੍ਰੇਕਫਾਸਟ ਕਰਨਾ ਹੈ, I am going to have breakfast। ਖਾਣ ਪੀਣ ਦੀਆਂ ਚੀਜ਼ਾਂ ਲਈ ਆਪਾਂ have यूज कर सकते हैं, ये गलत नहीं है, चाहे eat भी कह सकते हैं, बट have ਜਿਹੜਾ ਇੱਥੇ ਜ਼ਿਆਦਾ suitable ਲੱਗਦਾ ਹੈ ਹਨਾ। ਤਾਂ I am going to have breakfast। ਨੈਕਸਟ ਆ ਗਿਆ, ਜਦੋਂ ਆਪਾਂ ਪੁੱਛਣਾ ਹੋਵੇ ਕਿ ਬ੍ਰੇਕਫਾਸਟ ਵਿੱਚ ਕੀ ਹੈ ਹਨਾ, ਆਪਾਂ ਆਪਣੀ ਮੰਮੀ ਨੂੰ ਪੁੱਛਦੇ ਆ ਕਿ ਮੰਮੀ ਅੱਜ ਬ੍ਰੇਕਫਾਸਟ ਵਿੱਚ ਕੀ ਬਣਾਇਆ ਹਨਾ। ਤਾਂ ਉਹਦੇ ਲਈ ਆਪਾਂ ਕੀ ਪੁੱਛਣਾ, ਕਿਵੇਂ ਪੁੱਛਾਂਗੇ, ਇਹਨੂੰ ਕੁਐਸਚਨ ਕਿਵੇਂ ਕਰਾਂਗੇ, what's for breakfast today। ਠੀਕ ਹੈ ਜੀ, ਇਹਦੇ ਲਈ ਹੋਈ ਆਪਾਂ ਬ੍ਰੇਕਫਾਸਟ, ਲੰਚ, ਡਿਨਰ ਲਈ ਇਹਨੂੰ ਇਸ ਜਿਹੜੇ ਕੁਐਸਚਨ ਕਰਨ ਦੇ ਵੇ ਨੂੰ ਜਾਂ ਇਸ ਸੈਂਟੈਂਸ ਫਾਰਮੇਸ਼ਨ ਨੂੰ ਕੀ ਕਰ ਸਕਦੇ ਆ, ਲੈ ਕੇ ਚੱਲ ਸਕਦੇ ਆ। ਬ੍ਰੇਕਫਾਸਟ ਦੀ ਜਗ੍ਹਾ ਤੇ ਤੁਸੀਂ ਬਸ ਲੰਚ ਤੇ ਡਿਨਰ ਜਾਂ ਮੀਲ ਜਾਂ ਕੁਝ ਵੀ ਯੂਜ਼ ਕਰ ਸਕਦੇ ਹੋ ਹਨਾ। ਤਾਂ ਨੈਕਸਟ ਆ ਗਿਆ, ਆਈ ਐਮ ਹੈਵਿੰਗ ਤਾਂ ਅ ਕੱਪ ਆਫ ਟੀ ਵਿਦ ਫ੍ਰੀਟਰਸ। ਕੀ ਤੁਸੀਂ ਬ੍ਰੇਕਫਾਸਟ ਦੇ ਵਿੱਚ ਕੀ ਲਿਆ, ਇੱਕ ਕੱਪ ਚਾਹ ਦੇ ਨਾਲ ਫ੍ਰੀਟਰਸ ਕੀ ਹੁੰਦਾ ਆ, ਪਕੌੜੇ। ਤੁਸੀਂ ਇੱਕ ਕੱਪ ਚਾਹ ਦੇ ਨਾਲ ਪਕੌੜੇ ਲੈ ਰਹੇ ਹੋ, ਠੀਕ ਹੈ। ਆਈ ਐਮ ਹੈਵਿੰਗ ਅ ਕੱਪ ਆਫ ਟੀ ਵਿਦ ਫ੍ਰੀਟਰਸ, ਕਿ ਮੈਂ ਇੱਕ ਕੱਪ ਆਫ ਟੀ ਦੇ ਨਾਲ, ਇੱਕ ਚਾਹ ਦੇ ਕੱਪ ਦੇ ਨਾਲ ਪਕੌੜੇ ਖਾ ਰਿਹਾ ਆ, ਲੈ ਰਿਹਾ ਹਨਾ। ਤਾਂ ਨੈਕਸਟ ਆਜੋ ਜੀ, ਉਸ ਤੋਂ ਬਾਅਦ ਖਾਣਾ ਹੋਣ ਤੋਂ ਬਾਅਦ, ਬ੍ਰੇਕਫਾਸਟ ਹੋਣ ਤੋਂ ਬਾਅਦ ਹੁਣ ਆਪਾਂ ਕੀ ਕਰਨਾ ਹੈ, ਘਰ ਦੇ ਥੋੜੇ ਬਹੁਤੇ ਕੰਮ ਕਰਾਂਗੇ ਹਨਾ। ਜਿਹੜੇ ਤਾਂ ਹਾਊਸ ਵਾਈਫਸ ਨੇ, ਚਾਹੇ ਉਹ ਆਫਿਸ ਜਾਂਦੀਆਂ ਨੇ, ਚਾਹੇ ਉਹ ਘਰੇ ਰਹਿੰਦੀਆਂ ਨੇ, ਤਾਂ ਉਹਨਾਂ ਨੇ ਕੁਛ ਨਾ ਕੁਛ ਤਾਂ ਘਰ ਦੇ ਕੰਮ ਕਰਨੇ ਹੁੰਦੇ ਨੇ, ਠੀਕ ਹੈ ਜੀ। ਤਾਂ ਆਈ ਐਮ
ਕਰਨ ਦੀ ਇੰਗਲਿਸ਼ ਕੀ ਹੁੰਦਾ ਡੂ, ਬਟ ਆਪਾਂ ਉਹੀ ਤੁਹਾਨੂੰ ਦੱਸਿਆ ਪਹਿਲਾਂ ਵੀ ਕਿ ਆਪਾਂ ਕੀ ਕਰਨਾ ਹੈ ਡੂ ਦੇ ਨਾਲ ing ਲਗਾਇਆ ਹੋਇਆ ਹੈ ਨਾ। ਤਾਂ I am doing chores ਵੀ ਲਿਖ ਸਕਦੇ ਹਾਂ। chores ਕਿਆ ਹੁੰਦਾ ਆ ਕੰਮ, ਠੀਕ ਹੈ। ਵਰਕ ਨਹੀਂ ਕਹਿ ਸਕਦੇ, chores ਕਹਿ ਸਕਦੇ ਆ। ਜੇ ਤੁਸੀਂ ਘਰ ਦੇ ਕੰਮ ਯੂਜ਼ ਕਰਨਾ ਹੈ ਜਾਂ ਡੋਮੈਸਟਿਕ ਵਾਸਤੇ ਯੂਜ਼ ਕਰਨਾ ਹੈ ਹਨਾ, ਤਾਂ ਤੁਸੀਂ ਹਾਊਸ ਹੋਲਡ ਵਰਡ ਜਿਹੜਾ ਇਹਦੇ ਨਾਲ ਐਡ ਕਰ ਸਕਦੇ ਹੋ, ਠੀਕ ਹੈ ਜੀ। ਨੈਕਸਟ ਤੋਂ ਬਾਅਦ ਆਪਾਂ ਫਿਰ ਜੇ ਫੋਨ ਤੇ ਗੱਲ ਵੀ ਕਰਨੀ ਹੈ, ਫॉर ਐਗਜ਼ਾਮਪਲ ਹਨਾ ਆਪਾਂ ਕੰਮ ਕਰ ਰਹੇ ਹਾਂ, ਫੋਨ ਆ ਗਿਆ ਹਨਾ, ਤੁਹਾਨੂੰ ਕੋਈ ਫੋਨ ਫੜਾਉਣਾ ਹੈ ਤਾਂ ਉਹ ਕੀ ਦੱਸੂਗਾ ਫੋਨ ਦੇ ਉੱਪਰ ਕਿ ਮੇਰੀ ਮੰਮੀ ਕੀ ਕਰ ਰਹੀ ਹੈ, ਸਵੀਪ ਕਰ ਰਹੀ ਹੈ, ਮੌਪ ਕਰ ਰਹੀ ਹੈ, ਡਸਟਿੰਗ ਕਰ ਰਹੀ ਹੈ ਜਾਂ ਕਲੀਨਿੰਗ ਕਰ ਰਹੀ ਹੈ ਹਨਾ। ਤਾਂ ਜੇ ਇਹਨਾਂ ਚੀਜ਼ਾਂ ਵਾਸਤੇ ਜਿਵੇਂ ਆਈ ਐਮ ਸਵੀਪਿੰਗ ਯੂ ਨੋ ਕਿ ਝਾੜੂ ਲਗਾਉਣ ਨੂੰ ਕਹਿੰਦੇ ਆ ਹਨਾ, ਮੋਪਿੰਗ ਪੋਚਾ ਲਗਾਉਣ ਨੂੰ ਕਹਿੰਦੇ ਆ, ਡਸਟਿੰਗ ਧੂੜ ਮਿੱਟੀ ਝਾੜਨ ਵਾਸਤੇ ਯੂਜ਼ ਹੁੰਦਾ ਆ, ਕਲੀਨਿੰਗ ਸਾਫ਼ ਕਰਨ ਵਾਸਤੇ ਯੂਜ਼ ਹੁੰਦਾ, ਠੀਕ ਹੈ ਜੀ। ਤੁਸੀਂ ਉਹ ਸੇਮ ਹੀ ਫਾਰਮੈਟ ਯੂਜ਼ ਕਰਨਾ ਹੈ। ਆਈ ਐਮ ਸਵੀਪਿੰਗ ਕਹਿ ਦੋ, ਚਾਹੇ ਮੋਪਿੰਗ ਕਹਿ ਦੋ, ਡਸਟਿੰਗ ਕਹਿ ਦੋ, ਕਲੀਨਿੰਗ ਕਹਿ ਦੋ, ਠੀਕ ਹੈ ਜੀ। ਉਸ ਤੋਂ ਬਾਅਦ ਸਭ ਕੁਝ ਕਰਨ ਤੋਂ ਬਾਅਦ ਹੁਣ ਆਪਾਂ ਬਾਥ ਲੈਣਾ, ਠੀਕ ਹੈ ਜੀ। ਉਹਦੇ ਲਈ ਆਪਾਂ ਕੀ ਯੂਜ਼ ਕਰਨਾ ਆ, ਟੇਕਿੰਗ ਔਰ ਹੈਵਿੰਗ ਦੋਨੋਂ ਹੀ ਸਹੀ ਨੇ, ਤੁਸੀਂ ਦੋਨਾਂ ਦੇ ਵਿੱਚੋਂ ਕੋਈ ਵੀ ਯੂਜ਼ ਕਰ ਸਕਦੇ ਹੋ ਬਾਥ ਵਾਸਤੇ, ਪਰ ਮੇਕ ਸ਼ੋਰ ਕਿ ਤੁਸੀਂ ਨਾਲ ਜਿਹੜਾ ਵਰਡ ਜਿਹੜਾ ਉਹ ਜ਼ਰੂਰ ਯੂਜ਼ ਕਰਨਾ ਹੈ, ਠੀਕ ਹੈ ਜੀ। ਆਈ ਐਮ ਟੇਕਿੰਗ ਔਰ ਹੈਵਿੰਗ ਅ ਬਾਥ ਕਿ ਮੈਂ ਹੁਣ ਨਹਾਉਣ ਜਾ ਰਹੀ ਹਾਂ ਜਾਂ ਨਹਾ ਰਹੀ ਹਾਂ, ਠੀਕ ਹੈ ਜੀ। ਉਸ ਤੋਂ ਬਾਅਦ ਕਈ ਜਿਹੜੀਆਂ ਹੁੰਦੀਆਂ ਨੇ ਹਾਊਸ ਹੋਲਡ ਲੇਡੀਜ਼ ਹੁੰਦੀਆਂ ਨੇ, ਘਰ ਦੇ ਕੰਮ ਕਰਦੀਆਂ ਨੇ ਤੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਨਵਾਉਣਾ ਹੁੰਦਾ ਹੈ ਨਾ, ਤਾਂ ਉਹਦੇ ਵਾਸਤੇ ਮੈਂ ਇੱਕ ਵਰਬ ਲੈ ਕੇ ਆਈ ਹਾਂ। ਸਮਟਾਈਮਸ ਇਹ ਸਾਡੀ ਡੇਲੀ ਰੂਟੀਨ ਦੇ ਵਿੱਚ ਯੂਜ਼ ਹੁੰਦਾ ਹੈ, ਸਪੈਸ਼ਲੀ ਫॉर ਲੇਡੀਜ਼ ਹੈ ਨਾ। ਤਾਂ ਆਈ ਐਮ ਗਿਵਿੰਗ ਅ ਬਾਥ ਟੂ ਮਾਈ ਸਨ, ਟੂ ਮਾਈ ਡਾਟਰ, ਉਹ ਤੁਹਾਡੀ ਮਰਜ਼ੀ ਹੈ, ਤੁਸੀਂ ਕੁਝ ਵੀ ਯੂਜ਼ ਕਰ ਸਕਦੇ ਹੋ, ਬਟ ਤੁਸੀਂ ਮੈਂ ਵਾਰ-ਵਾਰ ਇਹ ਚੀਜ਼ ਕਹਿ ਰਹੀ ਹਾਂ ਕਿ ਤੁਸੀਂ ਇਹਨਾਂ ਦੀ ਡੇਲੀ ਆਪਣੇ ਆਪ ਤੋਂ ਹੀ ਪ੍ਰੈਕਟਿਸ ਕਰਨੀ ਹੈ। ਇਹਦੇ ਵਾਸਤੇ ਤੁਹਾਨੂੰ ਕਿਸੇ ਵੀ ਪਾਰਟਨਰ ਦੀ ਨੀਡ ਨਹੀਂ ਹੈਗੀ, ਪਰ ਤੁਸੀਂ ਇਹਨੂੰ ਕੀ ਕਰਨਾ ਹੈ, ਡੇਲੀ ਪ੍ਰੈਕਟਿਸ ਕਰਨੀ ਹੀ ਕਰਨੀ ਆ। ਡੇਲੀ ਵਾਲੀ ਵਰਡਿੰਗ ਹੈ, ਡੇਲੀ ਵਾਲਾ ਹੀ ਸਾਰਾ ਕੁਝ ਹੈ, ਡੇਲੀ ਵਾਲੀ ਵਰਬਸ ਨੇ, ਤੁਸੀਂ ਡੇਲੀ ਇਹਨਾਂ ਦੀ ਪ੍ਰੈਕਟਿਸ ਕਰੋਗੇ ਆਟੋਮੈਟਿਕਲੀ ਤੁਸੀਂ ਕੀ ਕਰੋਗੇ, ਇੰਗਲਿਸ਼ ਸਿੱਖ ਲਓਗੇ, ਠੀਕ ਹੈ ਜੀ। ਇਹਦੇ ਵਿੱਚ ਮੈਂ ਕੋਈ ਟੈਂਸ ਨਹੀਂ ਦੱਸਿਆ ਹੋਇਆ ਪਾਰਟਿਕੂਲਰ, ਠੀਕ ਹੈ ਜੀ। ਸਿਰਫ ਤੁਸੀਂ ਆਈ ਐਮ ਦੇ ਨਾਲ ਵਰਬ ਦੀ ਫਸਟ ਫਾਰਮ ਦੇ ਨਾਲ ing ਯੂਜ਼ ਕਰਨਾ। ਵਰਬਸ ਵੀ ਤੁਹਾਡੇ ਸਾਹਮਣੇ ਨੇ, ਬਸ ਮੇਕ ਸ਼ੋਰ ਕਿ ਤੁਸੀਂ ਪ੍ਰੈਕਟਿਸ ਕਰੋ ਤੇ ਇਹਦੇ ਵਿੱਚ ਪਰਫੈਕਟ ਹੋ ਜਾਓ, ਠੀਕ ਹੈ ਜੀ। ਤਾਂ ਨੈਕਸਟ ਆਹ ਆ ਗਿਆ, ਆਈ ਐਮ ਗਿਵਿੰਗ ਅ ਬਾਥ ਟੂ ਮਾਈ ਸਨ, ਠੀਕ ਹੈ ਜੀ। ਫਿਰ ਤੁਸੀਂ ਉਹਨਾਂ ਨੂੰ ਬਾਥ ਦੇ ਰਹੇ ਹੋ ਤਾਂ ਤੁਸੀਂ ਉਹਦੇ ਉੱਪਰ ਅਪਲਾਈ ਅਗੇਨ ਆ ਗਿਆ ਸ਼ੈਂਪੂ, ਸੌਪ, ਸ਼ੈਂਪੂ, ਸ਼ਾਵਰ ਜਲ ਬਹੁਤ ਕਾਮਨ ਹੋ ਗਿਆ ਅੱਜ ਕੱਲ੍ਹ, ਤੇ ਸ਼ਾਵਰ ਜਲ ਵੀ ਯੂਜ਼ ਕਰਦੇ ਨੇ ਬਹੁਤ ਸਾਰੇ ਲੋਕ। ਤਾਂ ਤੁਸੀਂ ਆਈ ਐਮ ਅਪਲਾਈਂਗ ਸੌਪ, ਸ਼ੈਂਪੂ, ਸ਼ਾਵਰ ਜਲ ਦੇ ਵਿੱਚ ਜੋ ਵੀ ਅਪਲਾਈ ਕਰਦੇ ਹੋ ਤੁਸੀਂ ਉਹਦੇ ਹਿਸਾਬ ਨਾਲ ਬੋਲ ਸਕਦੇ ਹੋ, ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਤੁਸੀਂ ਜਿਨ੍ਹਾਂ ਨੇ ਆਫਿਸ ਲਈ ਜਾਣਾ ਹੁੰਦਾ, ਬੱਚੇ ਨੇ ਸਕੂਲ ਲਈ ਜਾਣਾ ਹੁੰਦਾ ਹਨਾ, ਤਾਂ ਉਹ ਕੀ ਕਹਿਣਗੇ, ਆਈ ਐਮ ਗੈਟਿੰਗ ਰੈਡੀ ਫॉर ਮਾਈ ਆਫਿਸ, ਸਕੂਲ, ਕੁਝ ਵੀ ਕਹਿ ਸਕਦੇ ਹੋ, ਠੀਕ ਹੈ ਜੀ। ਗੈਟਿੰਗ ਰੈਡੀ ਤਿਆਰ ਹੋਣ ਨੂੰ ਕਹਿੰਦੇ ਆ, ਜਿਵੇਂ ਆਪਾਂ ਕੱਪੜੇ ਵਗੈਰਾ ਚੇਂਜ ਕਰਨੇ ਆ, ਠੀਕ ਹੈ ਜੀ। ਉਸ ਤੋਂ ਬਾਅਦ ਕੱਪੜੇ ਚੇਂਜ ਕਰਨ ਵਾਸਤੇ ਵੀ ਆਪਾਂ ਕਿਹੜੀ ਵਰਬ ਯੂਜ਼ ਕਰਨੀ ਆ, ਡਰੈਸਿੰਗ ਅਪ, ਠੀਕ ਹੈ ਜੀ। ਕਿਸੇ ਨੇ ਡਰੈਸ ਪਾਣੀ ਹੈ, ਯੂਨੀਫਾਰਮ ਪਾਣੀ ਹੈ ਹਨਾ, ਆਫਿਸ ਜਾਣ ਵਾਲਿਆਂ ਨੇ ਵੀ ਡਰੈਸ ਪਾਣੀ ਹੁੰਦੀ ਆ, ਤਾਂ ਉਹ ਕੀ ਕਰਨਗੇ, ਕੀ ਕਹਿਣਗੇ, ਆਈ ਐਮ ਡਰੈਸਿੰਗ ਅਪ। ਨੈਕਸਟ ਆ ਗਿਆ ਡਰੈਸ ਅਪ ਹੋਣ ਤੋਂ ਬਾਅਦ ਆਪਾਂ ਕੀ ਕਰਦੇ ਆ, ਆਪਣੇ ਵਾਲ ਕੌਮ ਕਰਦੇ ਆ, ਆਪਣੇ ਸਿਰ ਬੰਨ੍ਹਦੇ ਆ ਹਨਾ, ਤਾਂ ਉਹਨੂੰ ਕੀ ਕਹਿੰਦੇ ਆ ਆਪਾਂ, ਕੌਮਿੰਗ। ਇਹਦੇ ਵਿੱਚ ਜਿਹੜਾ ਬੀ ਹੈ ਉਹ ਸਾਇਲੈਂਟ ਹੈ, ਤਾਂ ਤੁਸੀਂ ਕੀ ਬੋਲਣਾ ਆ, ਕੌਮਿੰਗ, ਨਾਟ ਕੌਮਬਿੰਗ, ਠੀਕ ਹੈ ਜੀ। ਤਾਂ ਕੀ ਕਹਿਣਾ ਤੁਸੀਂ, ਆਈ ਐਮ ਕੌਮਿੰਗ ਮਾਈ ਹੇਅਰ, ਨਾਟ ਹੇਅਰਸ, ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ ਲੇਡੀਜ਼ ਲਈ ਸਪੈਸ਼ਲੀ ਹੁੰਦਾ ਕਿ ਉਹਨਾਂ ਨੇ ਮੇਕਅਪ ਕਰਨਾ ਹੁੰਦਾ, ਮੇਕਅਪ ਤੋਂ ਬਿਨਾਂ ਉਹ ਬਾਹਰ ਨਹੀਂ ਨਿਕਲ ਸਕਦੀਆਂ ਹਨਾ, ਇਹ ਉਹਨਾਂ ਦੀ ਨੈਸੈਸਿਟੀ ਹੈ ਜਾਂ ਮੈਂਡੇਟਰੀ ਵੀ ਲਗਾ ਲਓ, ਤਾਂ ਠੀਕ ਹੈ ਜੀ। ਤਾਂ ਮੇਕਅਪ ਨੂੰ ਆਪਾਂ ਕੀ ਕਹਿਣਾ ਆ, ਪੁਟਿੰਗ ਔਨ, ਆਈ ਐਮ ਪੁਟਿੰਗ ਮਾਈ ਮੇਕਅਪ ਔਨ, ਕਿ ਮੈਂ ਆਪਣਾ ਜਿਹੜਾ ਮੇਕਅਪ ਆ ਜਾਂ ਆਪਣਾ ਮੇਕਅਪ ਕਰ ਰਹੀ ਹਾਂ, ਤਾਂ ਮੇਕਅਪ ਦੇ ਨਾਲ ਕਿਹੜੀ ਲੱਗੂਗੀ ਵਰਬ, ਪੁਟਿੰਗ ਔਨ, ਠੀਕ ਹੈ ਜੀ। ਉਸ ਤੋਂ ਬਾਅਦ ਕੀ ਕਰਨਾ ਹੁੰਦਾ, ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਆਪਾਂ ਕੀ ਕਰਦੇ ਹਾਂ, ਸਾਰੇ ਰੱਬ ਦਾ ਨਾਮ ਲੈਂਦੇ ਆ ਹਨਾ ਜੀ। ਤਾਂ ਹੁਣ ਆਪਾਂ ਕੀ ਲਿਖਾਂਗੇ, ਉਹਨੂੰ ਵਰਸ਼ਿਪਿੰਗ, ਵਰਬ ਕਿਹੜੀ ਯੂਜ਼ ਕਰਨੀ ਹੈ ਆਪਾਂ, ਪੂਜਾ ਵਾਸਤੇ, ਵਰਸ਼ਿਪਿੰਗ, ਆਈ ਐਮ ਵਰਸ਼ਿਪਿੰਗ, ਮੈਂ ਕੀ ਕਰ ਰਹੀ ਹਾਂ, ਪੂਜਾ ਕਰ ਰਹੀ ਹਾਂ ਹਨਾ ਜੀ। ਉਸ ਤੋਂ ਬਾਅਦ ਹੁਣ ਜਿਨ੍ਹਾਂ ਨੇ ਆਫਿਸ ਜਾਣਾ ਉਹ ਕੀ ਕਰਨਗੇ, ਘਰ ਨੂੰ ਛੱਡ ਕੇ ਆਫਿਸ ਜਾਣਗੇ, ਤਾਂ ਜਦੋਂ ਵੀ ਆਪਾਂ ਨਿਕਲਣਾ ਤਾਂ ਆਪਾਂ ਕਿਸੇ ਨੂੰ ਵੀ ਕਹਿ ਕੇ ਨਿਕਲਣਾ, ਆਮ ਲੀਵਿੰਗ ਮਾਈ ਹੋਮ, ਮੈਂ ਲੀਵਿੰਗ ਕਿ ਮੈਂ ਘਰ ਛੱਡ ਕੇ ਜਾ ਰਿਹਾ, ਮਤਲਬ ਕਿ ਹੁਣ ਮੈਂ ਘਰੋਂ ਚੱਲ ਪਿਆ ਜਾਂ ਘਰੋਂ ਨਿਕਲ ਗਿਆ, ਠੀਕ ਹੈ ਜੀ। ਉਸ ਤੋਂ ਬਾਅਦ ਘਰ ਤੋਂ ਜਾਣ ਤੋਂ ਬਾਅਦ ਤੁਸੀਂ ਆਪਣੇ ਆਫਿਸ ਦੇ ਵਿੱਚ ਟਾਈਮ ਸਪੈਂਡ ਕਰਦੇ ਹੋ, ਠੀਕ ਹੈ ਜੀ, ਉੱਥੋਂ ਦੇ ਸਾਰੇ ਕੰਮ ਨਿਬੇੜਦੇ ਹੋ। ਉਸ ਤੋਂ ਬਾਅਦ ਤੁਸੀਂ ਵਾਪਸ ਆਣਾ ਹੈ ਤਾਂ ਤੁਸੀਂ ਉਹਦੇ ਵਾਸਤੇ ਕੀ ਯੂਜ਼ ਕਰੋਗੇ, ਆਈ ਐਮ ਕਮਿੰਗ ਬੈਕ।
ਉਸ ਤੋਂ ਬਾਅਦ ਜੋ ਵੀ ਤੁਹਾਡੀ ਡੇਲੀ ਰੂਟੀਨ ਹੋਗੀ ਤੁਸੀਂ ਉਸ ਦੇ ਹਿਸਾਬ ਦੇ ਨਾਲ ਆਈ ਐਮ ਲਗਾ ਕੇ ਨਾਲ ਵਰਬਸ ਨੂੰ ਯੂਜ਼ ਕਰਕੇ ਤੁਸੀਂ ਕੀ ਕਰਨਾ, ਉਹਦੀ ਪ੍ਰੈਕਟਿਸ ਕਰਨੀ ਹੈ। ਤੇ ਇਹਨਾਂ ਦੀ ਡੇਲੀ ਰੂਟੀਨ ਵਾਲੀਆਂ ਵਰਬਸ ਦੀ ਤੁਸੀਂ ਪ੍ਰੈਕਟਿਸ ਕਰਕੇ ਐਕਸਪਰਟ ਬਣ ਸਕਦੇ ਹੋ। ਜੁੜੇ ਰਹੋ ਹੋਰ ਜਾਣਕਾਰੀ ਵਾਸਤੇ ਰਣਜੀਤ ਕੌਰ ਦੇ ਨਾਲ ਫਰੋਮ ਵਰਲਡ ਵਿਊ ਈ ਹਬ। ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ।